ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਪਹਿਲੀ ਕਹਾਣੀ। ਕਈ ਵੇਰ ਗੱਡੀ ਲੰਘ ਜਾਂਦੀ ਤਾਂ ਅੰਮ੍ਰਿਤਸਰ ਅੱਡੇ ਤੋਂ ਬੱਸ ਫੜ ਲੈਂਦਾ। ਬਠਿੰਡਿਓਂ ਆਈ ਤੇ ਪਠਾਨਕੋਟ ਵੱਲ ਜਾਂਦੀ ਹੋਈ ਬੱਸ ਦਾ ਕੰਡਕਟਰ ਉਹੀ ਹੁੰਦਾ। 50 ਕੁ ਸਾਲ, ਚਿੱਟੀ ਦਾੜੀ, ਹਸਮੁਖ ਜਿਹਾ। ਨਾਮ ਗੁਰਮੁਖ ਸਿੰਘ, ਮੁਹਾਂਦਰਾ ਬਿਲਕੁਲ ਹੀ ਬਾਬਾ ਠਾਰਾ ਸਿੰਘ ਜੀ ਵਰਗਾ। ਮੇਰੇ ਵਾਕਫ ਹੋ ਗਏ, ਕਿੰਨੀਆਂ ਗੱਲਾਂ ਪੁੱਛਿਆ ਕਰਦੇ। ਟਿਕਟ ਵੱਲੋਂ ਪੁੱਛਦਾ ਤਾਂ ਰਹਿਣ ਦੇ, ਤੂੰ ਮੇਰੇ ਬੱਚਿਆਂ ਵਰਗਾ ਹੈ। ਇੱਕ ਵਾਰ ਪਰਿਵਾਰ ਬਾਰੇ ਗੱਲਾਂ ਚੱਲ ਪਈਆਂ। 2 ਧੀਆਂ, ਇੱਕ ਪੁੱਤਰ ਸੀ। ਪੁੱਤਰ ਤਕਰੀਬਨ ਮੇਰੇ ਜਿੰਨਾ। 99-90 ਦੇ ਦਿਨਾਂ 'ਚ ਬਠਿੰਡੇ ਪੋਲੀਟੈਕਨਿਕ ਪੜ੍ਹਦੇ ਨੂੰ ਮੁੜ ਗਾਇਬ ਕਰ ਦਿੱਤਾ, ਹਮੇਸ਼ਾ ਲਈ। ਬੜੀ ਭੱਜ ਦੌੜ ਕੀਤੀ, ਨੀਲੀਆਂ ਪੱਗਾਂ ਵਾਲਿਆਂ ਦੇ ਹਾੜੇ ਕੱਢੇ, ਪਰ ਆਖਦੇ ਚਿੱਟੀਆਂ ਵਾਲੇ ਪੇਸ਼ ਨਹੀਂ ਜਾਣ ਦਿੰਦੇ। ਸਾਡੀ ਹਕੂਮਤ ਆ ਲੈਣ ਦੇ, ਫਿਰ ਕਰਾਂਗੇ ਹਿਸਾਬ ਬਰੋਬਰ। ਫਿਰ 97 'ਚ ਨੀਲੀਆਂ ਵਾਲੇ ਆਏ ਤਾਂ ਇੱਕ ਦੀ ਸ਼ਨਾਖਤ ਕਰਾਈ। ਫਲਾਣੇ ਨੇ ਚੁੱਕਿਆ, ਫਲਾਣੀ ਜਗ੍ਹਾ ਰੱਖਿਆ। ਇੱਥੋਂ ਤੱਕ ਵੀ ਪਤਾ ਕਰ ਲਿਆ ਕਿ ਗੋਲੀ ਕਿੱਥੇ ਖੜ ਕੇ ਮਾਰੀ ਸੀ। ਪੁੱਛੋ ਮੰਡੀ ਇੱਕ ਸੁੰਨਸਾਨ ਜੀ ਜਗ੍ਹਾ ਖੜ ਮਾਰਨ ਲੱਗੇ ਤਾਂ ਨਵਾਂ ਭਰਤੀ ਕੀਤਾ ਸਿਪਾਹੀ ਹੱਥ ਕੰਬ ਗਏ। ਕੋਲ ਖਲੋਤਾ ਥਾਣੇਦਾਰ ਗਾਲ ਕੱਢ ਆਖਣ ਲੱਗਾ, ਓਏ ਪੜਪੁੰਜਿਆ, ਆ ਤੈਨੂੰ ਅੱਜ ਬੰਦਾ ਮਾਰਨਾ ਸਿਖਾਈਏ। ਜਿਹਨੂੰ ਗੋਲੀ ਮਾਰਨੀ ਹੋਵੇ ਉਸ ਨਾਲ ਕਦੇ ਵੀ ਅੱਖਾਂ ਨਹੀਂ ਮਿਲਾਉਣੀਆਂ। ਨਜ਼ਰ ਹਮੇਸ਼ਾ ਉੱਥੇ ਜਿੱਥੇ ਗੋਲੀ ਮਾਰਨੀ ਹੈ। ਇੰਜ ਹੱਥ ਵੀ ਨਹੀਂ ਕੰਬਦੇ ਤੇ ਮੁੜਕਾ ਵੀ ਨਹੀਂ ਆਉਂਦਾ। ਪੰਥਕ ਪਾਰਟੀ ਵਾਲੇ ਆਖਣ ਲੱਗੇ, ਹੁਣ ਗੱਲ ਪੁਰਾਣੀ ਹੋ ਗਈ, ਆਈ ਗਈ ਕਰਦੇ ਮੁਆਵਜ਼ਾ ਲੈ ਦਿੰਦੇ ਆ। ਜਿੱਦਾਂ ਤੂੰ ਆਨਾ, ਜੇ ਉਂਝ ਕੀਤਾ ਤਾਂ ਦਿੱਲੀ ਬੈਠੇ ਗੁੱਸਾ ਕਰ ਜਾਣਗੇ। ਪੰਜਾਬ ਲਈ ਨਵੀਂ ਸ਼ੁਰੂਆਤ ਕਰਨੀ ਹੈ। ਮੈਂ ਆਖਿਆ, ਜਮ ਕਰੋ ਨਵੀਂ ਸ਼ੁਰੂਆਤ, ਪਰ ਮੇਰੇ ਗਲ 'ਚ ਫਸੇ ਹੋਏ ਕੰਡੇ ਤਾਂ ਕੱਢ ਦਿਓ। ਜਿਨ੍ਹਾਂ ਸ਼ਰੇਆਮ ਕਾਰਾ ਕੀਤਾ ਉਹਨਾਂ ਨਾਲ ਤੇ ਹਿਸਾਬ ਕਿਤਾਬ ਤੇ ਕਰੋ। ਮਗਰੋਂ ਕਿੰਨੇ ਪਾਸਿਓਂ ਪ੍ਰੈਸ਼ਰ ਪਵਾਇਆ, ਪੈਰਵਾਈ ਬੰਦ ਕਰਦੇ ਨਹੀਂ ਤੇ 2 ਧੀਆਂ ਦਾ ਹਿਸਾਬ ਲਾ ਲਵੀਂ। ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ, ਪਰ ਯੂਨੀਅਨ ਤਕੜੀ ਹੋਣ ਕਰਕੇ ਬਚ ਜਾਂਦਾ ਰਿਹਾ। ਗੁਰਮੁਖ ਸਿੰਘ ਕੰਡਕਟਰ ਨੂੰ ਮਿਲਿਆ 30 ਸਾਲ ਹੋ ਚੱਲੇ। ਪਤਾ ਨਹੀਂ ਜਿਉਂਦਾ ਹੋਏਗਾ ਕਿ ਮੁੱਕ ਗਿਆ, ਪਰ ਆਖਰੀ ਸਾਹਾਂ ਤੱਕ ਆਪਣੇ ਲਾਡੀ ਨੂੰ ਚੇਤੇ ਜ਼ਰੂਰ ਕਰਦਾ ਹੋਏਗਾ। ਇੱਕ ਮਿੱਤਰ ਪਿਆਰੇ ਦੱਸਦੇ ਹੁੰਦੇ, ਉਸ ਦੌਰ ਵਿੱਚ ਇੱਕ ਦਿਨ ਭਣੇਵਿਓਂ ਜਵਾਈ ਚੁੱਕ ਲਿਆ। ਥਾਣੇ ਗਏ ਤਾਂ ਅਗਲਿਆਂ ਪਹਿਲਾਂ ਹੀ ਕੰਮ ਕਰਤਾ ਸੀ। ਜਿਹਨੇ ਕੀਤਾ ਸੀ ਉਹ ਟੀਚਰ ਜਿਹੀ ਨਾਲ ਆਖਣ ਲੱਗਾ, ਆ ਜਾਓ ਤੁਹਾਨੂੰ ਤੁਹਾਡਾ ਬੰਦਾ ਮਿਲਾਉਂਦੇ ਆ। ਸਿਵਿਆਂ 'ਚ ਸੜਦੀ ਇੱਕ ਲਾਸ਼ 'ਚੋਂ ਉੱਠਦੇ ਧੂੰਏਂ ਵੱਲ ਇਸ਼ਾਰਾ ਕਰ ਆਖਣ ਲੱਗਾ, ਉਹ ਜਾਂਦਾ ਜੇ ਤੁਹਾਡਾ ਬਿੱਕਰ ਸਿੰਘ, ਮਿਲ ਸਕਦੇ ਹੋ ਤਾਂ ਮਿਲ ਲਓ। ਫਿਰ ਕੁਝ ਵਰ੍ਹਿਆਂ ਮਗਰੋਂ ਕੁਦਰਤ ਦੀ ਚੱਕੀ ਦੇ ਪੁੜ ਮੁੜ ਹਰਕਤ 'ਚ ਆ ਗਏ। ਇੱਕ ਦਿਨ ਸ਼ਰਾਬ ਨਾਲ ਰੱਜਿਆ ਫੁੱਲ ਸਪੀਡ ਤੇ ਜਿਪਸੀ ਸੜਕ ਕੰਢੇ ਉੱਗੇ ਕਿੱਕਰ ਨਾਲ ਜਾ ਵੱਜੀ, ਥਾਂ ਮੁੱਕ ਗਿਆ। ਜਿਨ੍ਹਾਂ ਦਾ ਮਾਰਿਆ ਸੀ ਉਹ ਪੁੱਤ ਦੇ ਕਾਤਲ ਦੀ ਲੋਥ ਵੇਖਣ ਅੱਪੜ ਗਏ। ਮੌਕੇ ਤੇ ਖਲੋਤੇ ਆਖੀ ਜਾਣ, ਜਿਪਸੀ ਉਸ ਕਿੱਕਰ 'ਚ ਵੱਜੀ ਸੀ, ਪਰ ਮੁੰਡੇ ਦੇ ਬਾਪ ਨੇ ਉੱਚੀ ਸਾਰੀ ਧਾਹ ਮਾਰੀ ਤੇ ਭੱਜ ਕੇ ਜਾ ਕਿੱਕਰ ਨੂੰ ਕਲਾਵੇ 'ਚ ਲੈਂਦਾ ਆਖਣ ਲੱਗਾ, ਓਏ ਕਿੱਕਰ ਨਹੀਂ, ਕਿੱਕਰ ਸਾਹਿਬ ਆਖੋ, ਮੇਰੇ ਬਿੱਕਰ ਦਾ ਹਿਸਾਬ ਬਰੋਬਰ ਕਰਨ ਵਾਲਾ ਕਿੱਕਰ ਸਾਹਿਬ। ਅਗਲੀ ਕਹਾਣੀ। ਉਹ ਮੈਨੂੰ ਅਕਸਰ ਹੀ ਉਸ ਕਾਫੀ ਹਾਊਸ 'ਚ ਮਿਲਿਆ ਕਰਦੇ। ਹਸਮੁਖ, ਹਮੇਸ਼ਾ ਖਿੜੇ ਹੋਏ, ਬਿਨਾਂ ਵਜ੍ਹਾ ਹੀ ਅਗਲੇ ਨੂੰ ਬੁਲਾ ਲੈਂਦੇ ਹੋਏ। ਜ਼ਿੰਦਗੀ ਜਿਉਣ ਦੀ ਚਾਹ ਉਹਨਾਂ ਦੀ ਸ਼ਖਸੀਅਤ ਵਿੱਚੋਂ ਡੁੱਲ ਪੈਂਦੀ। ਗੱਲਾਂ ਬਾਤਾਂ ਤੋਂ ਲੱਗਦਾ ਸਾਰੀ ਜ਼ਿੰਦਗੀ ਇੱਕੋ ਪੁੱਤਰ ਉੱਤੇ ਕੇਂਦਰਿਤ ਸੀ। ਉਹਦੇ ਬਾਰੇ ਕਿੰਨਾ ਕੁਝ ਦੱਸਦੇ ਰਹਿੰਦੇ। ਹੁਣ ਇੰਟਰਨਸ਼ਿਪ ਲਈ ਅਮਰੀਕਾ ਗਿਆ। ਸਵਿਟਜ਼ਰਲੈਂਡ ਜ਼ਿਊਰਿਚ ਵਿੱਚ ਇੱਕ ਮਹਿਲਾ ਲੇਖਕ ਉਹਦੀ ਦੋਸਤ ਏ, ਉਹਦੀਆਂ ਲਿਖਤਾਂ ਦਾ ਮੁਰੀਦ ਏ। ਕੋਈ ਡਾਕਟਰੀ ਦੇ ਕਿੱਤੇ ਦੇ ਨਾਲ ਇੱਦਾਂ ਦਾ ਸ਼ੌਕ ਕਿੱਦਾਂ ਰੱਖ ਸਕਦਾ? ਗੱਲ ਮੰਨਣ ਵਿੱਚ ਨਾ ਆਉਂਦੀ। ਇੱਕ ਵਾਰ ਕਿੰਨਾ ਵਕਫਾ ਪਾ ਦਿੱਤਾ, ਸੋਚਿਆ ਸ਼ਾਇਦ ਪੰਜਾਬ ਚਲੇ ਗਏ ਹੋਣੇ। ਫੋਨ ਵੀ ਨਾ ਮਿਲਦਾ। ਫਿਰ ਇਸ ਦਿਨ ਅਚਾਨਕ ਬੈਠੇ ਹੋਏ ਦਿਸ ਪਏ, ਚੁੱਪਚਾਪ, ਹਾਸਾ ਗਾਇਬ ਸੀ, ਮੂੰਹ ਟੇਢਾ ਹੋਇਆ, ਸ਼ਾਇਦ ਅਧਰੰਗ ਦਾ ਦੌਰਾ ਪਿਆ ਸੀ। ਉਹ ਬੋਲਦੇ ਪਰ ਮੈਨੂੰ ਮੁਸ਼ਕਿਲ ਨਾਲ ਹੀ ਸਮਝ ਪੈਂਦੀ। ਉਹਦਾ ਜ਼ਿਕਰ ਆਇਆ ਤਾਂ ਗੱਲਾਂ ਕਰਦੇ ਅਚਾਨਕ ਰੋ ਪਏ। ਬੜਾ ਅਜੀਬ ਲੱਗਾ। ਏਡਾ ਹਸਮੁਖ ਇਨਸਾਨ ਕਦੇ ਰੋ ਵੀ ਸਕਦਾ ਹੈ, ਉਹ ਵੀ ਜਨਤਕ ਤੌਰ 'ਤੇ। ਉੱਠ ਕੇ ਉਹਨਾਂ ਦੇ ਕੋਲ ਗਿਆ, ਹੌਸਲਾ ਦਿੱਤਾ। ਸੋਚਿਆ ਸ਼ਾਇਦ ਬਿਮਾਰੀ ਕਰਕੇ ਟੁੱਟ ਗਏ ਹੋਣੇ, ਪਰ ਅੰਦਰਲੀ ਗੱਲ ਕੁਝ ਹੋਰ ਨਿਕਲੀ। ਦੱਸਣ ਲੱਗੇ ਕਿ ਉਹ ਪੱਕੇ ਤੌਰ 'ਤੇ ਸਵਿਟਜ਼ਰਲੈਂਡ ਹੀ ਵਸ ਗਿਆ ਸੀ। ਉਹ ਲੇਖਕ ਕੁੜੀ ਨੇ ਵਿਆਹ ਲਈ ਸ਼ਰਤ ਰੱਖੀ ਕਿ ਆਪਣਾ ਮੁਲਕ ਛੱਡ ਇੱਥੇ ਆਉਣਾ ਪੈਣਾ। ਮੈਂ ਉਹਨਾਂ ਨੂੰ ਆਖਿਆ, ਜਾਣ ਲੱਗਾ ਜ਼ਰੂਰ ਬਹਿਸ ਕਰਕੇ ਗਿਆ ਹੋਣਾ। ਤਾਂ ਅੱਗੋਂ ਆਖਣ ਲੱਗੇ, ਯਾਰ ਬਹਿਸ ਹੀ ਤਾਂ ਨਹੀਂ ਕੀਤੀ ਉਸ ਜਿਉਣ ਜੋਗੇ ਨੇ।
ਬਿਨਾਂ ਕੋਈ ਗੱਲ ਦੱਸਿਆਂ ਹੀ ਚਲਾ ਗਿਆ, ਜਿੱਦਾਂ ਕਦੀ ਇਹਦੀ ਮਾਂ ਚਲੀ ਗਈ ਸੀ। ਮੈਨੂੰ ਸਿਰਫ ਇੰਨੀ ਗੱਲ ਹੀ ਆਖੀ ਕਿ ਮੈਂ ਉਹਨੂੰ ਕਿਸੇ ਕੀਮਤ 'ਤੇ ਨਹੀਂ ਛੱਡ ਸਕਦਾ। ਭਰੇ ਹੋਏ ਗੱਚ ਨਾਲ ਇੱਕ ਹੋਰ ਚੋਭ ਲਾਈ ਕਿ ਫਿਰ ਤੇਰੀ ਜ਼ਮੀਰ ਨੂੰ ਆਪਣੇ ਬਾਪ ਤੱਕ ਨੂੰ ਵੀ ਛੱਡਣਾ ਮਨਜ਼ੂਰ ਏ? ਤਾਂ ਜਜ਼ਬਾਤ ਵੀ ਹੁਣ ਅੱਗਿਓਂ ਇੰਨੀ ਗੱਲ ਆਖ ਚੁੱਪ ਹੋ ਗਿਆ ਕਿ ਪਲੀਜ਼ ਮੈਨੂੰ ਜਜ਼ਬਾਤੀ ਕਰਨਾ ਬੰਦ ਕਰ ਦਿਓ। ਉਹ ਥੋੜ੍ਹੀ ਦੇਰ ਬਾਅਦ ਉੱਠੇ, ਫਿਰ ਸਿਰਫ ਇੰਨੀ ਗੱਲ ਆਖੀ ਤੇ ਤੁਰਦੇ ਬਣੇ ਕਿ ਯਾਰ ਇਸ ਦੁਨੀਆ 'ਚ ਕਿਸੇ ਵੀ ਚੀਜ਼ ਨਾਲ ਮੋਹ ਨਾ ਪਾਈ ਸਿਵਾਏ ਉਸ ਅਕਾਲ ਪੁਰਖ ਦੇ ਨਾਮ ਤੋਂ, ਵਰਨਾ ਵਿਛੋੜੇ ਦੀ ਅੱਗ 'ਚ ਉਦੋਂ ਤੱਕ ਸੜਦਾ ਰਹੇਗਾ ਜਦੋਂ ਤੱਕ ਮੜੀ 'ਤੇ ਨਹੀਂ ਪੈ ਜਾਂਦਾ। ਉਹਨਾਂ ਦੇ ਜਾਣ ਮਗਰੋਂ ਮੈਂ ਕਿੰਨੀ ਦੇਰ ਇਕੱਲਾ ਬੈਠਾ ਇੱਕੋ ਗੱਲ ਸੋਚੀ ਜਾ ਰਿਹਾ ਸਾਂ। ਕਈ ਵਾਰ ਕਿਸੇ ਆਪਣੇ ਦੀ ਚੁੱਪ ਉਹਦੇ ਕੌੜੇ ਬੋਲਾਂ ਤੋਂ ਵੀ ਕਿਤੇ ਵੱਧ ਤਕਲੀਫਦੇਹ ਹੁੰਦੀ ਹੈ। ਅਗਲੀ ਕਹਾਣੀ। ਨਿੱਕੇ ਹੁੰਦੇ ਮਾਂ ਦੀ ਖੁਆਇਸ਼ ਹੁੰਦੀ ਸੀ ਕਿ ਉਹਦਾ ਪੁੱਤ ਫੌਜ ਦਾ ਵੱਡਾ ਜਰਨੈਲ ਬਣੇ, ਪਰ ਕਿਸਮਤ ਮੈਨੂੰ ਕੈਨੇਡਾ ਲੈ ਆਈ। ਟੋਰਾਂਟੋ ਕਾਲਜ ਪੜ੍ਹਦੀ ਉਹ ਕੁੜੀ ਇਥੋਪੀਆ ਨਾਮ ਦੇ ਮੁਲਕ ਤੋਂ ਸੀ। ਲੰਚ ਬ੍ਰੇਕ 'ਤੇ ਅਕਸਰ ਹੀ ਮੇਰੇ ਕੋਲ ਆ ਬੈਠਦੀ, ਕਿੰਨੀਆਂ ਗੱਲਾਂ ਕਰਦੀ, ਕਿੰਨਾ ਕੁਝ ਦੱਸਦੀ ਤੇ ਪੁੱਛਦੀ। ਕਦੇ ਹੱਸ ਪੈਂਦੀ, ਕਦੇ ਉਦਾਸ ਹੋ ਜਾਂਦੀ। ਮੈਂ ਹੈਰਾਨ ਸਾਂ ਕਿ ਕੋਰਸ ਵਿੱਚ ਹੋਰ ਵੀ ਤਾਂ ਕਿੰਨੇ ਸਾਰੇ ਲੋਕ ਨੇ, ਪਰ ਇਹ ਮੇਰੇ ਕੋਲ ਹੀ ਕਿਉਂ ਆਉਂਦੀ ਏ? ਇੱਕ ਦਿਨ ਹੱਸਦੀ ਹੋਈ ਨੇ ਅਚਾਨਕ ਹੀ ਆਖ ਦਿੱਤਾ ਕਿ ਜੇ ਮੈਂ ਤੇਰੀ ਪੱਗ 'ਤੇ ਘਸੁੰਨ ਮਾਰ ਦੇਵਾਂ ਤਾਂ ਇਹ ਲੁੱਟਣੀਆਂ ਖਾਂਦੀ ਥੱਲੇ ਟੋਰਾਂਟੋ ਡਾਊਨਟਾਊਨ ਦੀ ਕਿਸੇ ਸੜਕ 'ਤੇ ਜਾ ਡਿੱਗੇਗੀ। ਮੈਂ ਵੀ ਅੱਗਿਓਂ ਇੰਨੀ ਤੀਬਰਤਾ ਨਾਲ ਜਵਾਬ ਦੇਣ 'ਚ ਰੱਤੀ ਭਰ ਵੀ ਦੇਰ ਨਾ ਲਾਈ ਕਿ ਜੇ ਥੱਲੇ ਡਿੱਗੀ ਤਾਂ ਇਹਨੂੰ ਲਾਹੁਣ ਵਾਲਾ ਵੀ ਇਹਦੇ ਨਾਲ ਹੀ ਥੱਲੇ ਜਾਏਗਾ। ਉਹਨੇ ਗੁੱਸਾ ਨਾ ਕੀਤਾ, ਸਗੋਂ ਆਖਣ ਲੱਗੀ ਕਿ ਮੈਨੂੰ ਪਤਾ ਸੀ ਤੂੰ ਇਹੀ ਜਵਾਬ ਦੇਂਗਾ। ਇਹ ਵੀ ਪਤਾ ਸੀ ਕਿ ਦਸਤਾਰ ਤੇਰੇ ਲਈ ਜਾਨ ਤੋਂ ਵੀ ਵੱਧ ਪਿਆਰੀ ਏ। ਪੁੱਛਿਆ ਕਿ ਜੇ ਪਤਾ ਹੀ ਸੀ ਫਿਰ ਤੂੰ ਇੰਨੀ ਗੱਲ ਆਖੀ ਕਿਉਂ? ਆਖਣ ਲੱਗੀ ਕਿ ਬਸ ਇੱਕ ਗੱਲ ਦੀ ਪੁਸ਼ਟੀ ਕਰਨੀ ਸੀ ਕਿ ਜੋ ਸੁਣਿਆ ਸੀ ਉਹ ਸੱਚ ਹੈ ਵੀ ਕਿ ਨਹੀਂ। ਫਿਰ ਆਪਣੀ ਕਹਾਣੀ ਛੇੜ ਲਈ। ਭ੍ਰਿਸ਼ਟਾਚਾਰ, ਕਰਪਸ਼ਨ ਤੇ ਅਰਾਜਕਤਾ ਦਾ ਮਾਰਿਆ ਗਰੀਬ ਮੁਲਕ ਇਥੋਪੀਆ ਵਿੱਚ ਕਦੇ ਵੀ ਸਥਿਰ ਸਰਕਾਰ ਨਹੀਂ ਰਹੀ। ਅਕਸਰ ਹੀ ਉੱਥੇ UNO ਦੀ ਸ਼ਾਂਤੀ ਸੈਨਾ ਸੱਦਣੀ ਪੈਂਦੀ। ਉਸ ਸੈਨਾ 'ਚ ਕਿੰਨੇ ਸਾਰੇ ਦੇਸ਼ਾਂ ਦੇ ਫੌਜੀ ਹੁੰਦੇ, ਇੱਕ ਦੋ ਸਿੱਖ ਜਰਨੈਲ ਵੀ ਹੁੰਦੇ। ਨੀਲੀ ਵਰਦੀ ਤੇ ਅਸਮਾਨੀ ਦਸਤਾਰ ਬੰਨੀ ਉਹ ਜਿੱਥੇ ਵੀ ਜਾਂਦੇ ਲੋਕ ਹੈਰਾਨ ਹੋ ਕੇ ਵੇਖਦੇ, ਫਿਰ ਰੌਲਾ ਪਾ ਦਿੰਦੇ ਅਸਮਾਨ ਵਿੱਚੋਂ ਇੱਕੋ ਵੇਲੇ ਕਿੰਨੇ ਸਾਰੇ ਜੀਸਸ ਕ੍ਰਾਈਸਟ ਹੇਠਾਂ ਉਤਰ ਆਏ ਨੇ। ਰਾਜਧਾਨੀ ਅਦੀਸ ਅਬਾਬਾ ਦੇ ਕੋਲ ਸਾਡੇ ਪੂਰੇ ਇਲਾਕੇ 'ਚ ਵੀ ਇੱਕ ਚਾਅ ਜਿਹਾ ਚੜ੍ਹ ਜਾਂਦਾ। ਸਥਾਨਕ ਅਧਿਕਾਰੀ ਵੀ ਐਨ ਸਿੱਧੇ ਹੋ ਜਾਂਦੇ। ਨੀਲੀਆਂ ਦਸਤਾਰਾਂ ਕਰਕੇ ਇੱਕ ਅਜੀਬ ਜਿਹੀ ਮਿਕਨਾਤੀਸੀ ਖਿੱਚ ਹੁੰਦੀ ਉਹਨਾਂ ਦੀ ਸ਼ਖਸੀਅਤ ਵਿੱਚ। ਬਹੁਤ ਘੱਟ ਬੋਲਣ ਵਾਲੇ ਉਹ ਬਹਾਦਰ ਲੋਕ ਹਮੇਸ਼ਾ ਆਪਣੇ ਨਿੱਕੇ ਜਿਹੇ ਧਾਰਮਿਕ ਗ੍ਰੰਥ ਵਿੱਚੋਂ ਕੁਝ ਨਾ ਕੁਝ ਪੜ੍ਹਦੇ ਹੀ ਰਹਿੰਦੇ। ਫਿਰ ਅਖੀਰ 'ਚ ਇਕੱਠੇ ਹੋ ਕੇ ਉੱਚੀ ਸਾਰੀ ਕੁਝ ਐਸਾ ਬੋਲਦੇ ਜਿਹਦੀ ਮੈਨੂੰ ਭਾਵੇਂ ਬਿਲਕੁਲ ਵੀ ਸਮਝ ਨਾ ਪੈਂਦੀ, ਪਰ ਆਪ ਮੁਹਾਰੇ ਲੂੰ ਕੰਡੇ ਜ਼ਰੂਰ ਖੜੇ ਹੋ ਜਾਂਦੇ। ਗਿੱਲੀਆਂ ਅੱਖਾਂ ਪੂੰਝਦੀ ਹੋਈ ਦੱਸਣ ਲੱਗੀ ਕਿ ਮੈਨੂੰ ਅੰਗਰੇਜ਼ੀ ਵੀ ਇੱਕ ਦਸਤਾਰਧਾਰੀ ਸਿੱਖ ਜਰਨੈਲ ਨਹੀਂ ਸਿਖਾਈ ਸੀ, ਹੋਰ ਵੀ ਕਿੰਨਾ ਕੁਝ ਉਸੇ ਨੇ ਪੜ੍ਹਾਇਆ ਤੇ ਸਿਖਾਇਆ। ਮੈਂ ਕੈਨੇਡਾ ਵੀ ਉਸੇ ਜਰਨੈਲ ਦੀ ਬਦੌਲਤ ਹੀ ਆ ਸਕੀ। ਫਿਰ ਇੱਕ ਦਿਨ ਜਦੋਂ ਉੱਚੇ ਸੁੱਚੇ ਚਰਿੱਤਰ ਵਾਲਾ ਉਹ ਇਨਸਾਨ ਵਾਪਸ ਪਰਤਣ ਲੱਗਾ ਤਾਂ ਸਾਰਾ ਇਲਾਕਾ ਰੋ ਪਿਆ। ਹੰਝੂ ਪੂੰਝਦੇ ਹੋਏ ਲੋਕ ਆਖ ਰਹੇ ਸਨ, ਨੀਲੀ ਦਸਤਾਰ ਵਾਲਾ ਜੀਸਸ ਕ੍ਰਾਈਸਟ ਅੱਜ ਆਪਣੇ ਦੇਸ਼ ਵਾਪਸ ਜਾ ਰਿਹਾ। ਉਹ ਸਾਨੂੰ ਮਿਲਣ ਸਾਡੇ ਘਰੇ ਵੀ ਆਇਆ, ਪਰ ਮੈਂ ਉਸ ਦਿਨ ਬਾਹਰ ਗਈ ਹੋਈ ਸਾਂ। ਜਦੋਂ ਘਰੇ ਆਈ ਨੂੰ ਪਤਾ ਲੱਗਾ ਤਾਂ ਮੈਂ ਬੜਾ ਰੋਈ। ਫਿਰ ਕੈਨੇਡਾ ਆ ਕੇ ਜਦੋਂ ਤੈਨੂੰ ਪਹਿਲੀ ਵਾਰ ਵੇਖਿਆ ਤਾਂ ਇੰਝ ਲੱਗਿਆ ਪੱਗ ਵਾਲਾ ਉਹ ਜਰਨੈਲ ਮੈਨੂੰ ਇੱਕ ਵਾਰ ਫੇਰ ਮਿਲ ਪਿਆ ਹੋਵੇ। ਅਖੀਰ ਇਹ ਬੇਨਤੀ ਕਰਨ ਲੱਗੀ ਕਿ ਤੂੰ ਉਹੀ ਗੱਲ ਉਸੇ ਤਰ੍ਹਾਂ ਹੀ ਉੱਚੀ ਸਾਰੀ ਆਵਾਜ਼ 'ਚ ਇੱਕ ਵਾਰ ਫੇਰ ਆਖ ਸਕਦਾ ਹੈ ਜੋ ਲੋਕ ਆਪਣੇ ਗ੍ਰੰਥ ਪੜ੍ਹਨ ਮਗਰੋਂ ਅਖੀਰ ਵਿੱਚ ਅਕਸਰ ਹੀ ਆਖਿਆ ਕਰਦੇ ਸਨ। ਉਹਦੀ ਕਹਾਣੀ ਸੁਣ ਮੇਰਾ ਤਾਂ ਅੱਗੇ ਹੀ ਜੀ ਜਿਹਾ ਕਰ ਰਿਹਾ ਸੀ। ਫਿਰ ਆ ਵੇਖਿਆ ਨਾ ਤਾਂ ਅਸੈਂਬਲੀ ਰੂਮ 'ਚ ਹੀ ਉੱਚੀ ਸਾਰੀ ਜੈਕਾਰਾ ਛੱਡ ਦਿੱਤਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਸੇ ਪਾਸੇ ਗੋਰੀਆਂ ਗੋਰੇ ਹੈਰਾਨ ਹੋ ਗਏ। ਫਿਰ ਪੁੱਛਣ ਲੱਗੇ, ਮਿਸਟਰ ਸਿੰਘ ਤੈਨੂੰ ਕੀ ਹੋ ਗਿਆ ਅੱਜ? ਆਖਿਆ ਦੋਸਤੋ ਖੁਸ਼ੀ ਮਨਾਈਏ। ਪੁੱਛਣ ਲੱਗੇ ਕਾਹਦੀ? ਆਖਿਆ ਅੱਜ ਮੇਰੀ ਮਾਂ ਦੀ ਚਿਰੋਕਣੀ ਰਹਿੰਦੀ ਇੱਕ ਅਧੂਰੀ ਖੁਆਇਸ਼ 'ਚ ਪੂਰੀ ਹੋ ਗਈ, ਮੈਂ ਜਰਨੈਲ ਬਣ ਗਿਆ। ਪੁੱਛਣ ਲੱਗੇ ਕਿਹੜਾ ਜਰਨੈਲ? ਉਹੀ ਜਿਹੜਾ ਮਿਲਟਰੀ ਵਾਲਾ ਹੁੰਦਾ? ਨਹੀਂ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਥੇ ਦਾ। ਆਪ ਮੁਹਾਰੇ ਮੇਰੇ ਮੂੰਹ ਇੰਨੀ ਗੱਲ ਪਤਾ ਨਹੀਂ ਕਿੱਦਾਂ ਨਿਕਲ ਗਈ। ਅਗਲੀ ਕਹਾਣੀ। 80ਵੀਆਂ ਦੀ ਗੱਲ ਹੈ।
ਪਿਤਾ ਜੀ ਦੇ ਨਿੱਕੇ ਜਿਹੇ ਸਟੇਸ਼ਨ 'ਤੇ ਬਦਲੀ ਹੋ ਗਈ। ਵੱਡਾ ਕੁਆਟਰ ਖਾਲੀ ਨਾ ਹੋਣ ਕਰਕੇ ਇੱਕ ਕਮਰੇ ਦੇ ਨਿੱਕੇ ਜਿਹੇ ਕੁਆਟਰ 'ਚ ਸਾਲ ਕੁ ਭਰ ਰਹਿਣਾ ਪਿਆ। ਨਿੱਕੀ ਜਿਹੀ ਰਸੋਈ, ਗੁਸਲਖਾਨਾ ਤੇ ਨਿੱਕਾ ਜਿਹਾ ਵਿਹੜਾ। ਘਰ ਸ਼ੁਰੂ ਬਾਅਦ 'ਚ ਹੁੰਦਾ ਤੇ ਮੁੱਕ ਪਹਿਲਾਂ ਜਾਇਆ ਕਰਦਾ। ਪਰ ਅੰਗਰੇਜ਼ਾਂ ਵੇਲੇ ਦੇ ਬਣੇ ਉਸ ਨਿੱਕੇ ਜਿਹੇ ਕੁਆਟਰ 'ਚ ਸਕੂਨ ਤੇ ਆਰਾਮ ਬਹੁਤ ਸੀ। ਸਿਆਲ 'ਚ ਹੱਦੋਂ ਵੱਧ ਨਿੱਘਾ ਤੇ ਗਰਮੀਆਂ 'ਚ ਠੰਡਾ। ਇਲਾਕੇ 'ਚ ਲਾਗੇ ਚਾਗੇ ਕਿੰਨੀਆਂ ਸਾਰੀਆਂ ਵਾਕਫੀਆਂ ਹੋਣ ਕਰਕੇ ਲੋਕ ਅਕਸਰ ਹੀ ਗੱਡੀ ਚੜ੍ਹਨ ਵੇਲੇ ਘਰੇ ਚਾਹ ਪਾਣੀ ਪੀਣ ਆ ਜਾਇਆ ਕਰਦੇ। ਇੱਕ ਦਿਨ ਅਚਨਚੇਤ ਇੱਕ ਅਫਸਰ ਰਿਸ਼ਤੇਦਾਰ ਦੀ ਅੰਬੈਸਡਰ ਕਾਰ ਸਣੇ ਪਰਿਵਾਰ ਬੂਹੇ ਅੱਗੇ ਆ ਖਲੋਤੀ। ਮਾਤਾ ਜੀ ਨੇ ਅਚਨਚੇਤ ਆਏ ਪ੍ਰਾਹੁਣਿਆਂ ਦੀ ਬੜੀ ਆਓ ਭਗਤ ਕੀਤੀ। 2-3 ਘੰਟੇ ਲਾ ਕੇ ਰੋਟੀ ਤਿਆਰ ਕੀਤੀ। ਜੀ ਜ਼ਿਆਦਾ ਸਨ ਤੇ ਕੁਰਸੀਆਂ ਘੱਟ, ਫਿਰ ਵੀ ਸੇਵਾ ਪਾਣੀ 'ਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ। ਕੁਝ ਮਹੀਨਿਆਂ ਮਗਰੋਂ ਹੀ ਉਹਨਾਂ ਦੇ ਸ਼ਹਿਰ ਪਾਈ ਨਵੀਂ ਕੋਠੀ ਦੀ ਚੱਠ 'ਤੇ ਸਾਨੂੰ ਸਾਰੇ ਪਰਿਵਾਰ ਨੂੰ ਸੱਦਾ ਪੱਤਰ ਆ ਗਿਆ। ਕਨਾਲ 'ਚ ਬਣੀ ਕਿੰਨੇ ਕਮਰਿਆਂ ਵਾਲੀ ਉਸ ਕੋਠੀ ਦਾ ਇੱਕ ਗੁਸਲਖਾਨਾ ਵਿਖਾਉਂਦਿਆਂ ਹੋਇਆਂ ਸਾਰਿਆਂ ਸਾਹਮਣੇ ਮੇਰੇ ਬਾਪ ਦਾ ਮਜ਼ਾਕ ਉਡਾ ਦਿੱਤਾ ਗਿਆ ਕਿ ਦੇਖ ਲੈ ਭਾਈ, ਤੇਰੇ ਪੂਰੇ ਸਰਕਾਰੀ ਕੁਆਟਰ ਜਿੱਡਾ ਤਾਂ ਸਾਡਾ ਇਕੱਲਾ ਗੁਸਲਖਾਨਾ ਹੀ ਹੈ। ਬਾਪ ਦੀ ਗੈਰਤਮੰਦੀ ਤੇ ਅਗਲੇ ਨੂੰ ਮੂੰਹ 'ਤੇ ਗੱਲ ਆਖਣ ਦੀ ਆਦਤ ਸਾਰੇ ਰਿਸ਼ਤੇਦਾਰਾਂ 'ਚ ਬੜੀ ਮਸ਼ਹੂਰ ਸੀ। ਜ਼ਮੀਰ ਨੇ ਵੱਡਾ ਹਲੂਣਾ ਦਿੱਤਾ, ਕਿੰਨੀਆਂ ਗੱਲਾਂ ਮੂੰਹ 'ਤੇ ਸੁਣਾ ਦਿੱਤੀਆਂ ਤੇ ਮਗਰੋਂ ਅਸੀਂ ਰੋਟੀ ਖਾਧਿਆਂ ਬਗੈਰ ਹੀ ਉੱਥੋਂ ਆ ਗਏ। 30 ਸਾਲਾਂ ਬਾਅਦ ਅੱਜ ਹਾਲਾਂਕਿ ਪਿਤਾ ਜੀ ਤੇ ਭਾਵੇਂ ਇਸ ਜਹਾਨ 'ਚ ਨਹੀਂ ਰਿਹਾ, ਪਰ 8 ਕਮਰਿਆਂ ਵਾਲੀ ਉਹ ਖਾਲੀ ਕੋਠੀ ਵੀ ਭਾਂ ਕਰਦੀ ਹੋਈ ਇੱਕ ਸੁਨੇਹਾ ਦੇ ਰਹੀ ਹੈ ਕਿ ਗੁਸਲਖਾਨਿਆਂ ਤੇ ਵੱਡੇ ਘਰਾਂ ਵਾਲੀ ਸੌੜੀ ਸਿਆਸਤ ਨਾਸ਼ਵਾਨ ਇਨਸਾਨੀ ਦਿਮਾਗਾਂ 'ਤੇ ਇਸ ਕਦਰ ਭਾਰੂ ਕਿੱਦਾਂ ਹੋ ਜਾਂਦੀ ਹੈ ਕਿ ਬੰਦਾ ਕਿਰਾਏ ਦੇ ਘਰਾਂ ਦੀਆਂ ਚੌਕੀਦਾਰੀਆਂ ਕਰਦਾ ਇਸ ਭੁਲੇਖੇ ਵਿੱਚ ਸਾਰੀ ਜ਼ਿੰਦਗੀ ਕੱਢ ਦਿੰਦਾ ਹੈ ਕਿ ਸ਼ਾਇਦ ਉਹੀ ਇਸ ਦਾ ਮਾਲਕ ਹੈ। ਜੇ ਮਾਲਕ ਹੋਵੇ ਤਾਂ ਅਖੀਰ ਨੂੰ ਚਿਤਾ 'ਤੇ ਇਕੱਲਾ ਹੀ ਬੇਸੁੱਧ ਕਿਉਂ ਪਿਆ ਹੋਵੇ? ਇਹ ਸਭ ਕੁਝ ਵੀ ਉਹਦੇ ਨਾਲ ਹੀ ਕਿਧਰੇ ਪਏ ਹੋਣੇ ਚਾਹੀਦੇ ਨੇ। ਅਸਲ ਮਾਲਕ ਤਾਂ ਬਸ ਉਹੀ ਜਿਹੜਾ ਉੱਪਰ ਬੈਠਾ ਜਦੋਂ ਵੀ ਡੋਰ ਹਿਲਾਵੇ ਤਾਂ ਇੱਥੇ ਫਿਰਦੇ ਹਰੇਕ ਚੌਕੀਦਾਰ ਨੂੰ ਬਾਂਦਰ ਵਾਂਗ ਨੱਚਣਾ ਹੀ ਪੈਂਦਾ ਹੈ। ਅਗਲੀ ਕਹਾਣੀ। ਡਾਊਨਟਾਊਨ ਬਹੁ ਮੰਜ਼ਿਲ ਇਮਾਰਤ ਦੇ ਥੱਲੇ ਉਹਨਾਂ ਦਾ ਪੀਜ਼ਾ ਹੋਇਆ ਕਰਦਾ। ਕੋਈ 45 ਕੁ ਸਾਲ, ਪਰ ਪੂਰੀ ਦਾੜੀ ਚਿੱਟੀ। ਕਈ ਵਾਰ ਗੁੱਸੇ ਹੋ ਜਾਇਆ ਕਰਦੇ, ਤੁਸੀਂ ਲੋਕ ਪੀਜ਼ੇ 'ਚ ਵਰਤੀ ਜਾਂਦੀ ਸੌਸ ਤੇ ਹੋਰ ਚੀਜ਼ਾਂ ਲਿਫਾਫਿਆਂ ਵਿੱਚੋਂ ਚੰਗੀ ਤਰ੍ਹਾਂ ਨਿਚੋੜਦੇ ਨਹੀਂ, ਮਹਿੰਗੀਆਂ ਆਉਂਦੀਆਂ। ਅਕਸਰ ਸੋਚਦੀ ਇੰਨੀ ਕੰਜੂਸੀ, ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ ਪਤਾ ਨਹੀਂ ਕਿੱਥੋਂ ਸਿੱਖਿਆ। ਕਈ ਵਾਰ ਸੋਚਦੀ ਨੌਕਰੀ ਛੱਡ ਦੇਵਾਂ, ਟੋਕਾ ਟਕਾਈ ਬਹੁਤ ਹੁੰਦੀ। ਕਈ ਵਾਰ ਤਰਸ ਵੀ ਆਉਂਦਾ, ਹਮੇਸ਼ਾ ਇਕੱਲੇ ਹੀ ਲੱਗੇ ਰਹਿੰਦੇ, ਇੱਥੋਂ ਤੱਕ ਕਿ ਡਿਲੀਵਰੀ ਵੀ ਆਪ ਹੀ ਕਰਦੇ। ਉਹਨਾਂ ਦੀ ਗੈਰ ਹਾਜ਼ਰੀ 'ਚ ਇੱਕ ਫੋਨ ਆਉਂਦਾ, ਪਾਪਾ ਕਿੱਥੇ? ਆਖਦੀ ਡਿਲੀਵਰੀ ਕਰਨ ਗਏ ਤਾਂ ਅੱਗੋਂ ਹਾਸਾ ਪੈ ਜਾਂਦਾ। ਅੰਕਲ ਨੇ ਉੱਥੇ ਸੋਫੇ 'ਤੇ ਇੱਕ ਸਿਰਹਾਣਾ ਲਗਾਇਆ ਹੁੰਦਾ, ਕਈ ਵਾਰ ਢਿੱਲੇ ਹੁੰਦੇ ਤਾਂ ਉੱਥੇ ਲੰਮੇ ਪੈ ਜਾਂਦੇ। ਇੱਕ ਵਾਰ ਨਿੱਕੇ ਦਾ ਫੋਨ ਆਇਆ, ਫਲਾਣਾ ਪੀਜ਼ਾ ਬਣਾ ਦਿਓ, ਫਲਾਣੀ ਟੌਪਿੰਗ ਵਾਲਾ ਦੋਸਤ ਨਾਲ ਨੇ। ਅੰਕਲ ਨੇ ਘੜੀ ਲਾ ਬੜਾ ਬਣਾ ਸਵਾਰ ਕੇ ਬਣਾਇਆ। ਉਹ ਹਵਾ ਵਾਂਗ ਆਏ ਤੇ ਪੀਜ਼ਾ ਚੁੱਕ ਹਨੇਰੀ ਵਾਂਗ ਗਾਇਬ ਹੋ ਗਏ। ਅੰਕਲ ਮਗਰੋਂ ਆਵਾਜ਼ਾਂ ਹੀ ਮਾਰਦੇ ਰਹਿ ਗਏ, ਯਾਰ ਜਾਂਦਾ ਜਾਂਦਾ 1-2 ਡਿਲੀਵਰੀਆਂ ਹੀ ਕਰੀ ਜਾ। ਅੱਗੋਂ ਆਖਦਾ ਮੈਂ ਹੁਣੇ ਆਇਆ, ਪਰ ਫਿਰ ਉਹ ਕਦੇ ਵੀ ਨਾ ਆਇਆ। 1-2 ਵਾਰ ਅੰਕਲ ਦੀ ਨਾਲ ਦੀ ਵੀ ਆਈ, ਮੇਕਅਪ 'ਚ ਗੁੜੁੱਚ, ਨਾਲ ਦੀ ਘੱਟ ਧੀ ਜ਼ਿਆਦਾ ਲੱਗਦੀ। ਉਹਨੂੰ ਅੰਕਲ ਦਾ ਬਣਾਇਆ ਪੀਜ਼ਾ ਕਦੇ ਵੀ ਪਸੰਦ ਨਾ ਆਉਂਦਾ, ਹਮੇਸ਼ਾ ਨੁਕਸ ਕੱਢੀ ਜਾਂਦੀ, ਫਿਰ ਖੁਦ ਮਨਮਰਜ਼ੀ ਦਾ ਬਣਾ ਕੇ ਉਹ ਜਾਂਦੀ। ਇੱਕ ਵਾਰ ਪੁੱਛ ਲਿਆ, ਤੁਸੀਂ ਇਕੱਲੇ ਇੰਨੀ ਮਿਹਨਤ ਕਰਦੇ ਹੋ, ਆਰਾਮ ਵਾਲਾ ਕੋਈ ਹੋਰ ਕੰਮ ਕਰ ਲਓ। ਆਖਣ ਲੱਗੇ, ਧੀਏ ਜਦੋਂ ਦਾ ਆਇਆ ਇਹੀ ਕੰਮ ਕੀਤਾ, ਇੱਥੋਂ ਹੀ ਘਰ ਚਲਾਇਆ, ਬੱਚੇ ਪੜ੍ਹਾਏ, ਵੱਡੇ ਕੀਤੇ, ਹੁਣ ਹੋਰ ਕੁਝ ਕਰਨਾ ਵੱਸ 'ਚ ਨਹੀਂ। ਇੱਕ ਦਿਨ ਬੁਖਾਰ ਸੀ, ਸੋਫੇ 'ਤੇ ਲੰਮੇ ਪਏ ਹੋਏ ਸੀ ਤੇ ਫੋਨ ਆਇਆ, ਪਾਪਾ ਇੱਕ ਪੀਜ਼ਾ ਬਣਾ ਦਿਓ। ਬਸ ਅੱਧੇ ਘੰਟੇ ਤੱਕ ਆਏ। ਉਹਨਾਂ ਆਪਣੇ ਆਪ ਨੂੰ ਕੁਝ ਆਖਿਆ, ਮੁਸ਼ਕਿਲ ਨਾਲ ਉੱਠੇ, ਫਿਰ ਤਿਆਰੀ ਸ਼ੁਰੂ ਕਰ ਦਿੱਤੀ। ਉਸ ਦਿਨ ਸਮਝ ਆਈ ਕਿ ਸੋਫੇ ਤੋਂ ਉੱਠਦਿਆਂ ਉਹਨਾਂ ਆਪਣੇ ਆਪ ਨਾਲ ਗੱਲ ਨਹੀਂ ਸੀ ਕੀਤੀ, ਸਗੋਂ ਦਬੀ ਆਵਾਜ਼ 'ਚ ਮੇਰੇ ਸਵਾਲ ਦਾ ਹੀ ਜਵਾਬ ਦਿੱਤਾ ਸੀ ਕਿ ਧੀਏ, ਆਖਰੀ ਕਤਰੇ 30 ਚੀਜ਼ਾਂ ਨਿਚੋੜ ਲੈਣੀਆਂ ਮੈਨੂੰ ਕਿਸੇ ਹੋਰ ਨੇ ਨਹੀਂ, ਮੇਰੀ ਔਲਾਦ ਨੇ ਸਿਖਾਈਆਂ। ਇਨਸਾਨ ਔਲਾਦ ਕੋਲੋਂ ਵੀ ਤੇ ਕਿੰਨੀਆਂ ਚੀਜ਼ਾਂ ਸਿੱਖਦਾ ਹੀ ਆਇਆ, ਵਰ੍ਹਿਆਂ, ਦਹਾਕਿਆਂ ਤੇ ਸਦੀਆਂ ਤੋਂ। ਅੱਖੀਂ ਵੇਖਿਆ ਅਸਲੀ ਬਿਰਤਾਂਤ। ਧੰਨਵਾਦ।